ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਅੱਜ 14 ਅਪ੍ਰੈਲ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਯੰਤੀ ਮਨਾਈ ਜਾ ਰਹੀ ਆ। ਜਨਮ ਦਿਨ ਮਨਾਉਣ ਦੇ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਆਪਣਾ ਸਮਾਂ ਵੀ ਕੱਢਦੀਆਂ ਤੇ ਰੋਲ ਨਿਭਾਉਂਦੀਆਂ ਆ, ਉੱਥੇ ਹੀ ਸੰਸਥਾਵਾਂ ਵੱਲੋਂ ਹਮੇਸ਼ਾ ਇਸ ਵਰਗ ਦੀ ਗੱਲ ਵੀ ਉਠਾਈ ਜਾਂਦੀ ਆ। ਅੱਜ ਬਹੁਤ 130 ਸਾਲ ਦਾ ਸਮਾਂ ਹੋ ਗਿਆ ਡਾਕਟਰ ਸਾਹਿਬ ਦੇ ਜਨਮ ਦਿਨ ਨੂੰ। ਸੰਸਥਾਵਾਂ ਵੱਲੋਂ ਜਨਮ ਦਿਨ ਮਨਾਏ ਜਾਂਦੇ ਆ, ਪ੍ਰੋਗਰਾਮ ਕੀਤੇ ਜਾਂਦੇ, ਸੈਮੀਨਾਰ ਕੀਤੇ ਜਾਂਦੇ ਆ। ਡਾਕਟਰ ਸਾਹਿਬ ਦੀ ਸੋਚ ਨੇ ਜੋ ਆਪਣੀ ਗੱਲ ਉਲੀਕ ਕੇ ਸਮਾਜ ਨੂੰ ਅੱਗੇ ਲਿਜਾਣ ਦੀ ਗੱਲ ਕੀਤੀ ਸੀ, ਕੀ 73 ਸਾਲ 'ਚ ਸਾਡਾ ਸਮਾਜ ਉੱਥੇ ਪਹੁੰਚ ਸਕਿਆ? ਗੱਲ ਇਸ 'ਤੇ ਵੀ ਕਰਾਂਗੇ। ਗੱਲ ਇਹ ਵੀ ਕਰਾਂਗੇ ਕਿ ਕੀ ਅਸੀਂ ਜਿਸ ਸਥਾਨ 'ਤੇ ਡਾਕਟਰ ਬੀ ਆਰ ਅੰਬੇਦਕਰ ਸਾਨੂੰ ਪੁਜਾਉਣਾ ਚਾਹੁੰਦੇ ਸੀਗੇ, ਅਸੀਂ ਉੱਥੇ ਪੁੱਜ ਗਏ ਹਾਂ ਕਿ ਇੱਕ ਪੂਜਣ ਤੱਕ ਹੀ ਸੀਮਤ ਰਹਿ ਗਏ ਹਾਂ? ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਬਿਲਗਾ ਦੀ ਸੰਗਤ ਦੇ ਨਾਲ ਰੂਬਰੂ ਹੋਵਾਂਗੇ, ਜਿੱਥੇ ਕਿ ਸੰਸਥਾ ਵੱਲੋਂ ਸਾਰੀ ਪਾਰਟੀ ਧੜੇਬੰਦੀ ਛੱਡ ਕੇ ਸਭ ਪਿੰਡ ਨੇ ਇਕੱਠੇ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਉਹਨਾਂ ਦੀ ਸਰਦਾ ਸੁਮਨ ਅਰਪਿਤ ਕੀਤੇ ਗਏ ਕਿ ਉਹਨਾਂ ਦੀ ਮੂਰਤੀ ਉੱਤੇ ਅੱਜ ਹਾਰ ਪਾ ਕੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਾਰੇ ਲੋਕ ਸ਼ਾਮਲ ਹੋਏ ਆ। ਸਾਡੇ ਨਾਲ ਸਰਦਾਰ ਸੰਤੋਖ ਸਿੰਘ ਕਾਮਰੇਡ ਜੀ ਜੁੜ ਚੁੱਕੇ ਆ। ਕਾਮਰੇਡ ਸਾਹਿਬ, ਤੁਹਾਨੂੰ ਵੀ ਡਾਕਟਰ ਸਾਹਿਬ ਦੇ ਜਨਮ ਦਿਨ ਦੀ ਵਧਾਈ, ਤੇ ਤੁਸੀਂ ਸੰਗਤ ਨੂੰ ਵੀ ਸਾਰਿਆਂ ਨੂੰ ਵਧਾਈ ਦਿੱਤੀ ਆ। ਤੇ ਨਾਲ ਮੈਂ ਇੱਕ ਸਵਾਲ ਖੜਾ ਕਰਦਾ, ਡਾਕਟਰ ਸਾਹਿਬ ਨੇ ਸਾਨੂੰ ਜਿੱਥੇ ਭੇਜਣਾ ਚਾਹਿਆ ਸੀ, ਇਹ ਸੋਚ ਰੱਖ ਕੇ ਸੰਵਿਧਾਨ 'ਚ ਸਾਨੂੰ ਵੋਟ ਪਾਉਣ ਦਾ ਹੱਕ ਲੈ ਕੇ ਦਿੱਤਾ। ਜ਼ਿਮੀਂਦਾਰ ਵਰਗ ਦੇ ਨਾਂ 'ਤੇ ਜ਼ਮੀਨਾਂ ਨਹੀਂ ਸੀ ਹੁੰਦੀਆਂ, ਉਹਨਾਂ ਨੂੰ ਵੀ ਇਹ ਅਧਿਕਾਰ ਮਿਲਿਆ ਕਿ ਉਹ ਮਾਲਕੀ ਵਾਲੇ ਖਾਨੇ ਵਿੱਚ ਆ ਜਾਣ। ਹਮੇਸ਼ਾ ਦੇਖਿਆ ਜਾਂਦਾ ਕਿ ਕੁਛ ਤਬਕੇ ਵੱਲੋਂ ਇੱਥੇ ਤੱਕ ਸੀਮਤ ਕਰ ਲਿਆ ਜਾਂਦਾ ਆ ਕਿ ਇਹ ਡਾਕਟਰ ਬੀ ਆਰ ਅੰਬੇਦਕਰ ਤੇ ਮਤਲਬ ਸਾਨੂੰ ਰਿਪਰਜੈਂਟ ਕਰਦੇ ਆ ਜਾਂ ਸਾਡੇ ਜਾਤ ਧਰਮ ਦੇ, ਤੇ ਅਸੀਂ ਉਹਦੇ ਹੱਕਾਂ ਦਾ ਆਨੰਦ ਮਾਣ ਰਹੇ, ਜਦ ਕਿ ਸਾਰਾ ਨਿਜ਼ਾਮ ਇਸ ਵੇਲੇ ਭਾਰਤ ਦਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸੰਵਿਧਾਨ ਮੁਤਾਬਕ ਚੱਲ ਰਿਹਾ। ਤੁਸੀਂ ਦੇਖ ਰਹੇ ਆ ਕਿ ਜਿੱਥੇ ਪੁੱਜਣਾ ਚਾਹੀਦਾ ਸੀ ਉੱਥੇ ਪੁੱਜੇ ਕਿ ਪੁੱਜਣ ਤੱਕ ਹੀ ਰਹਿ ਗਏ? ਦੇਖੋ, ਬਿਲਕੁਲ ਪੁੱਜਣ 'ਤੇ ਹੀ ਸੀਮਤ ਰਹੇ ਹਾਂ ਜੀ। ਸਾਡੀ ਬਦਕਿਸਮਤੀ ਇਹ ਰਹੀ ਆ ਵੀ ਇਹ ਜਿਹੜੇ ਮਹਾਨ ਕ੍ਰਾਂਤੀਕਾਰੀ ਯੋਧੇ ਆ, ਅਸੀਂ ਇਹਨਾਂ ਨੂੰ ਕਿਸੇ ਨਿਸ਼ਚਿਤ ਜਿਹੀ ਸੀਮਾ ਦੇ ਅੰਦਰ ਕੈਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਸਾਡੇ ਸਿੱਖ ਗੁਰੂ ਸਾਹਿਬਾਨ ਆ, ਉਹਨਾਂ ਨੂੰ ਸਾਡਾ ਜਿਹੜਾ ਜੱਟ ਭਾਈਚਾਰਾ ਆ ਉਹ ਇਹ ਸਮਝਦਾ ਵੀ ਅਸੀਂ ਇਹਦੇ ਦਾਅਵੇਦਾਰ ਹਾਂ। ਜਿਹੜਾ ਗੁਰੂ ਰਵਿਦਾਸ ਜੀ ਕਹਿ ਲਓ ਜਾਂ ਡਾਕਟਰ ਅੰਬੇਦਕਰ ਸਾਹਿਬ ਆ, ਜਿਹੜੇ ਇਹਨਾਂ ਦੇ ਪੈਰੋਕਾਰ ਆ, ਉਹ ਵੀ ਉਹਨੂੰ ਕਿਸੇ ਸੀਮਾ ਤੱਕ ਬੰਨ੍ਹਣਾ ਚਾਹੁੰਦੇ ਆ। ਮੇਰੀ ਸਮਝ ਮੁਤਾਬਕ ਇਹ ਆ ਵੀ ਜਿਹੜੀ ਲੜਾਈ ਆਜ਼ਾਦੀ ਤੋਂ ਬਾਅਦ ਲੜੀ ਸੀ, ਸੰਵਿਧਾਨਕ ਹੱਕ ਬਾਬਾ ਸਾਹਿਬ ਨੇ ਸਾਨੂੰ ਲੈ ਕੇ ਦਿੱਤੇ ਆ, ਉਹਦਾ ਕਾਰਨ ਅਸੀਂ ਲੜਾਈ ਦੇ ਸਿਰੇ ਤੱਕ ਤਾਂ ਨਹੀਂ ਪਹੁੰਚ ਸਕੇ। ਅੱਜ ਤੁਸੀਂ ਦੇਖ ਲਓ, ਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸੁਨੇਹਾ ਸੀ, ਪੜ੍ਹੋ ਲਿਖੋ ਤੇ ਸੰਘਰਸ਼ ਕਰੋ। ਪੜ੍ਹਾਈ ਸਾਡੇ ਸਰਕਾਰੀ ਅਦਾਰੇ, ਸਰਕਾਰੀ ਸਕੂਲ ਸਾਡੇ ਹੱਥੋਂ ਜਾਂਦੇ ਲੱਗੇ, ਪੜ੍ਹਾਈ ਸਾਡੇ ਕੋਲੋਂ ਜਾਂਦੀ ਲੱਗੀ। ਗਰੀਬ ਤਬਕੇ ਦੇ ਜਿਹੜੀ ਪੜ੍ਹਾਈ ਆ ਉਹ ਬਿਲਕੁਲ ਹੀ ਨਹੀਂ ਰਹੀ। ਸਮਾਜਿਕ ਜਿਹੜੀ ਨਾ ਬਰਾਬਰੀ ਅੱਜ ਦੇਸ਼ ਦੇ ਅੰਦਰ ਦੇਖ ਲਓ, ਦਲਿਤਾਂ ਨੂੰ ਮਤਲਬ ਜਿਹੜੇ ਵੱਡੇ ਲੋਕ ਆ ਉਹ ਥਾਂ ਥਾਂ ਜਲੀਲ ਕਰਦੇ ਆ, ਸਾਡੀਆਂ ਬਹੂ ਬੇਟੀਆਂ ਸੁਰੱਖਿਅਤ ਨਹੀਂ। ਉਹਦਾ ਕਾਰਨ ਇਹੀ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਮੱਥਾ ਟੇਕਣ ਪੂਜਣ ਤੱਕ ਸੀਮਿਤ ਰੱਖਿਆ, ਉਹਨਾਂ ਦਾ ਅਸਲੀ ਸੁਨੇਹਾ ਲੋਕਾਂ ਤੱਕ ਨਹੀਂ ਗਿਆ। ਦੂਜੀ ਗੱਲ ਮੈਂ ਕਹਿਣਾ ਇੱਥੋਂ ਸੀਮਿਤ ਕਰ ਦੇਣਾ ਵੀ ਅੱਜ ਐਤਕੀ ਜਿਹੜਾ ਜਨਮ ਦਿਹਾੜਾ ਮਨਾ ਰਹੇ ਹਾਂ ਅਸੀਂ ਬਾਬਾ ਸਾਹਿਬ ਦਾ, ਉਹ ਇੱਕ ਅੱਗੇ ਨੂੰ ਵਿਲੱਖਣ ਤਰ੍ਹਾਂ ਦਾ ਹੈਗਾ। ਦੇਸ਼ ਦੇ ਕਿਸਾਨ ਲੜ ਰਿਹਾ ਬਾਰਡਰਾਂ 'ਤੇ, ਔਰ ਉੱਥੇ ਉਹਨੇ ਦੇਖਿਆ ਪਿਛਲੇ ਵਾਰੀ ਚਾਹੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ, ਚਾਹੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਦਿਹਾੜਾ ਮਨਾਇਆ, ਤੇ ਅੱਜ 14 ਤਰੀਕ ਨੂੰ ਉੱਥੇ ਵੀ ਕਿਸਾਨ ਤੇ ਮਜ਼ਦੂਰ ਤੇ ਹੋਰ ਕਿਰਤੀ ਵਰਗ ਦੇਸ਼ ਦੇ ਬਾਰਡਰਾਂ 'ਤੇ ਵੀ ਬਾਬਾ ਸਾਹਿਬ ਦਾ ਜਨਮ ਦਿਨ ਵੀ ਮਨਾ ਰਹੇ ਆ ਤੇ ਉਹਨਾਂ ਦਾ ਅਸਲੀ ਸੁਨੇਹਾ ਲੋਕਾਂ 'ਤੇ ਪਹੁੰਚਾ ਵੀ ਰਹੇ ਆ। ਗੱਲ ਕਰਦੇ ਆ ਕਿ ਕੁਛ ਸਮਾਜ ਦਾ ਤਬਕਾ ਇੱਦਾਂ ਦੇ ਰਹਿਬਰਾਂ ਨੂੰ ਆਪਣੀ ਦਾਇਰੇ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰਦਾ। ਹਮੇਸ਼ਾ ਹੀ ਇੱਕ ਗੱਲ ਕਰ ਵੀ ਇਹ ਸਾਡੀ ਜਾਤ 'ਚੋਂ ਹੈ, ਸਾਡੇ ਧਰਮ 'ਚੋਂ ਸਾਡੇ ਰਹਿਬਰ ਆ, ਜਦ ਕਿ ਇੱਦਾਂ ਦੀਆਂ ਸ਼ਖਸੀਅਤਾਂ ਸਾਰੇ ਸਮਾਜ ਦੀਆਂ ਧਰੋਹਰ ਹੁੰਦੀਆਂ। ਤੁਸੀਂ ਇਹ ਸੋਚ ਨੂੰ ਕਿੱਦਾਂ ਦੇਖਦੇ? ਇਹ ਇੱਕ ਸਾਡੀ ਬਦਕਿਸਮਤੀ ਆ ਜਿਹੜੇ ਕਿ ਅਸੀਂ ਰਹਿਬਰਾਂ ਨੂੰ ਆਪਣੇ ਖਾਨੇ ਵਿੱਚ ਹੀ ਦਰਜ ਕਰਦੇ ਹਾਂ। ਉਹ ਸਾਰੀ ਲੁਕਾਈ ਲਈ ਆਏ, ਸਪੈਸ਼ਲੀ ਇਸ ਇੰਡੀਆ ਵਿੱਚ ਜਿੱਥੇ ਜਾਤੀਵਾਦ ਭਾਰੂ ਸੀ, ਜਿੱਥੇ ਇਨਸਾਨ ਨੂੰ ਇਨਸਾਨ ਸਮਝਿਆ ਹੀ ਨਹੀਂ ਸੀ ਜਾਂਦਾ, ਉਹਨਾਂ ਲਈ ਲੜਿਆ। ਇੱਕ ਵਿਅਕਤੀ ਨੇ ਮੈਨੂੰ ਕਿਸੇ ਪ੍ਰੋਗਰਾਮ 'ਤੇ ਕਿਹਾ ਕਿ ਜੀ ਜੇ ਸਾਡੇ ਕੋਲ ਵੀ ਕੋਈ ਸਾਧਨ ਹੁੰਦੇ ਤਾਂ ਅਸੀਂ ਵੀ ਕੁਛ ਕੌਮ ਲਈ ਕਰਦੇ। ਮੇਰਾ ਜਵਾਬ ਸਟੇਟ ਵੇ ਇਹ ਸੀਗਾ ਉਹਨੂੰ ਕਿ ਬੋਲੋ ਬਾਬਾ ਸਾਹਿਬ ਜੀ ਕੋਲ ਕਿਹੜੇ ਸਾਧਨ ਸੀ? ਉਹਨਾਂ ਨੇ ਜਿਹੜਾ ਕੰਮ ਕੀਤਾ ਉਹ ਸਦੀਆਂ ਬਾਅਦ ਵੀ ਚੇਤੇ ਰਹੂਗਾ ਤੇ ਹੁਣ ਵੀ। ਪਰ ਸਾਡੀ ਕੌਮ ਦੀ ਬਦਕਿਸਮਤੀ ਆ ਕਿ ਅਸੀਂ ਪੂਜਣ ਤੱਕ ਹੀ ਸੀਮਿਤ ਰਹਿ ਗਏ ਹਾਂ। ਅਸੀਂ ਉਹਨਾਂ ਦਾ ਅਸਲੀ ਸੁਨੇਹਾ ਪਹੁੰਚਾ ਹੀ ਨਹੀਂ ਸਕੇ। ਹਾਲੇ ਪੰਜਾਬ ਵਿੱਚ ਤਾਂ ਚਲੋ ਥੋੜ੍ਹਾ ਬਹੁਤ ਜੀਂਦੀ ਜਾਗਦੀ ਮੂਰਤ ਹੈਗੀ ਹੈ, ਪਰ ਜੇ ਅਸੀਂ ਹੋਰਨਾਂ ਸਟੇਟਾਂ ਵਿੱਚ ਦੇਖੀਏ ਜਿਵੇਂ ਰਾਜਸਥਾਨ ਆ, ਉੱਥੇ ਉਵੇਂ ਦਾ ਤਿਵੇਂ ਸਿਸਟਮ ਹੈ ਜਿਵੇਂ ਜਿਹੜੇ ਸਿਸਟਮ ਦੇ ਖਿਲਾਫ ਉਹ ਲੜੇ ਸੀ। ਜਿਵੇਂ ਬਿਹਾਰ ਵਿੱਚ ਹੈ, ਉਹਨਾਂ ਲੋਕਾਂ ਨੂੰ ਬਸ ਮਊਆ ਤੱਕ ਮਤਲਬ ਆ, ਪੀ ਲਓ ਅਤੇ ਬਸ ਜੀਓ। ਇਹ ਜਿੰਨਾ ਚਿਰ ਅਸੀਂ ਇਹ ਸਮਾਜਿਕ ਕ੍ਰਾਂਤੀ ਨੂੰ ਲਿਆਉਂਦੇ ਨਹੀਂ, ਉਹਨਾਂ ਚਿਰ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਨਹੀਂ ਹੋਏਗਾ। ਸੁਰਿੰਦਰ ਬਿਲਗਾ ਜੀ, ਗੱਲ ਕਰਾਂਗੇ ਪੜ੍ਹੋ ਜੁੜੋ ਸੰਘਰਸ਼ ਕਰੋ ਦੇ ਨਾਅਰੇ ਤੁਸੀਂ ਸਾਰੀ ਜ਼ਿੰਦਗੀ ਲਾਉਂਦੇ ਰਹੇ ਆ। ਸਾਰਾ ਸਮਾਜ ਇਸ ਗੱਲ 'ਤੇ ਜਦੋਂ ਵੀ ਗੱਲ ਤੁਰਦੀ ਤੇ ਗੱਲ ਆਪਣੀ ਰੱਖਦਾ ਰਿਹਾ। ਕੀ ਅਸੀਂ 70-72 ਸਾਲ ਦੀ ਆਜ਼ਾਦੀ ਤੋਂ ਬਾਅਦ ਦਾ ਸਮਾਂ ਦੇਖਦੇ ਹਾਂ, ਅਸੀਂ ਪੜ੍ਹੋ
ਜੁੜੋ ਸੰਘਰਸ਼, ਇਹ 3 ਗੱਲਾਂ ਕਹੀਆਂ ਗਈਆਂ। ਅਸੀਂ 3 ਗੱਲਾਂ ਦਾ ਟੀਚਾ ਪੂਰਾ ਕਰ ਲਿਆ ਕਿ ਨਹੀਂ? ਪਹਿਲਾਂ ਤਾਂ ਮੈਂ ਤੁਹਾਡਾ ਸੋਸ਼ਲ ਮੀਡੀਆ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਨ 'ਤੇ ਸਾਰੇ ਲੋਕਾਈ ਨੂੰ, ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ। ਜਿਹੜਾ ਤੁਹਾਡਾ ਸਵਾਲ ਹੈ ਕਿ ਬਾਬਾ ਸਾਹਿਬ ਨੇ ਇਹ ਨਾਅਰਾ ਦਿੱਤਾ ਸੀ, ਪੜ੍ਹੋ, ਜੁੜੋ ਤੇ ਸੰਘਰਸ਼ ਕਰੋ, ਅਗਰ ਉਹ ਪੂਰਨ ਰੂਪ ਵਿੱਚ ਅਸੀਂ ਲੋਕਾਂ ਤੱਕ ਆ ਜਾਂਦਾ, ਲੋਕਾਂ ਤੱਕ ਇਹ ਪਹੁੰਚ ਜਾਂਦਾ, ਇਹਦੇ 'ਤੇ ਅਮਲ ਹੋ ਜਾਂਦਾ, ਅੱਜ ਇਹ ਸਾਡੀ ਹਾਲਤ ਨਾ ਹੁੰਦੀ। ਜੋ ਲੋਕ ਰੁਲਦੇ ਨੇ ਔਰ ਜਿਹੜੇ ਲੋਕ ਰਾਜ ਕਰਦੀਆਂ ਪਾਰਟੀਆਂ ਆ, ਉਹ ਜਿਹੜਾ ਹੈ ਉਹ ਇੰਨੀ ਜਿੱਦ ਕਰਕੇ ਬੈਠੀਆਂ ਕਿ ਉਹ ਜਿੱਦਾਂ ਦੂਜੇ ਲੋਕਾਂ ਨੂੰ ਇਨਸਾਨ ਹੀ ਨਹੀਂ ਸਮਝ ਰਹੇ। ਸੋ ਇਸ ਕਰਕੇ ਇਹਦਾ ਇੱਕੋ ਇੱਕ ਕਾਰਨ ਹੈ ਕਿ ਬਾਬਾ ਸਾਹਿਬ ਦੀ ਜਿਹੜੀ ਸੋਚ ਸੀ, ਉਹਦਾ ਜਿਹੜਾ ਸਿਧਾਂਤ ਸੀ, ਉਹ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਸੋ ਇਸ ਕਰਕੇ ਸਾਡੇ ਲੋਕਾਂ ਦੀ ਇਹ ਬਦਕਿਸਮਤੀ ਆ। ਤੋ ਅੱਜ ਵੀ ਜੇ ਅਸੀਂ ਇਹਨੂੰ ਸ਼ੁਰੂ ਕਰ ਦੇਵਾਂਗੇ ਤੇ ਬਾਬਾ ਸਾਹਿਬ ਦੇ ਜੇ ਤਜਰਬੇ ਤੋਂ ਅਸੀਂ ਫਾਇਦਾ ਲਵਾਂਗੇ ਤਾਂ ਸਾਡੇ ਸਮਾਜ ਦਾ ਜਿਹੜਾ ਉਹ ਸੁਧਾਰ ਹੋ ਸਕਦਾ ਹੈ। ਅੱਜ ਜਦ ਕਿਸਾਨ ਰੁਲ ਰਿਹਾ, ਟੀਚਰ ਰੁਲ ਰਹੇ ਨੇ, ਹੋਰ ਮੁਲਾਜ਼ਮ ਰੁਲ ਰਹੇ ਨੇ, ਇਹ ਹਾਲਤ ਅੱਜ ਨਾ ਦੇਖਣੀ ਪੈਂਦੀ। ਸੋ ਇਸ ਕਰਕੇ ਦੁਬਾਰਾ ਫਿਰ ਸਾਰੇ ਸਮਾਜ ਨੂੰ ਵਧਾਈ ਦਿੰਦਾ ਹੋਇਆ ਜੈ ਭੀਮ, ਜੈ ਭਾਰਤ। ਸਾਡੇ ਨਾਲ ਇਸ ਵੇਲੇ ਮੌਜੂਦ ਹਨ ਦਲਜੀਤ ਸਿੰਘ। ਦਲਜੀਤ ਸਿੰਘ ਜੀ, ਆਓ ਇੱਕ ਮਿੰਟ ਤੁਹਾਡੇ ਨਾਲ ਵੀ ਡਾਕਟਰ ਸਾਹਿਬ ਦੇ ਜੀਵਨ ਤੇ ਗੱਲ ਸਾਂਝੀ ਕਰਨੀ। ਸਾਡਾ ਦੁਆਬੇ ਦਾ ਖਿੱਤਾ ਮੰਨਿਆ ਜਾਂਦਾ ਕਿ ਬਹੁਤ ਵੱਡੇ ਪੱਧਰ ਤੇ ਸਾਡੇ ਲੋਕ ਵਿਦੇਸ਼ਾਂ ਵਿੱਚ ਗਏ ਆ, ਤਾਂ ਸਾਡੇ ਇਸ ਖਿੱਤੇ ਦੀ ਬਾਕੀ ਸਮਾਜ ਨਾਲੋਂ ਜਾਂ ਬਾਕੀ ਦੇਸ਼ ਦੇ ਖਿੱਤਿਆਂ ਨਾਲੋਂ ਥੋੜ੍ਹੀ ਹਾਲਤ ਚੰਗੀ ਆ। ਪਰ ਜਿੰਨਾ ਲੱਖਾਂ ਰੁਪਈਆ ਡਾਕਟਰ BR ਅੰਬੇਦਕਰ ਜੀ ਦੇ ਜਾਂ ਗੁਰੂ ਰਵਿਦਾਸ ਮਹਾਰਾਜ ਦੇ ਜਾਂ ਹੋਰ ਧਾਰਮਿਕ ਸਮਾਗਮਾਂ 'ਤੇ ਮੰਗਾ ਕੇ ਅਸੀਂ ਲੰਗਰਾਂ 'ਤੇ ਜਲੇਬੀਆਂ 'ਤੇ ਅਸੀਂ ਕੋਕ 'ਤੇ ਜਾਂ ਹੋਰ ਸਵਾਦਿਸ਼ਟ ਖਾਣਿਆਂ 'ਤੇ ਖਰਚ ਦਿੰਦੇ ਹਾਂ, ਕੀ ਡਾਕਟਰ ਅੰਬੇਦਕਰ ਸਾਹਿਬ ਦੀ ਇਹ ਸੋਚ ਸੀ? ਜਾਂ ਜੋ ਅਸੀਂ ਕਰ ਰਹੇ ਹਾਂ, ਸਾਨੂੰ ਸਿੱਖਿਆ ਵੱਲ ਨੂੰ, ਪੜ੍ਹਾਈ ਵੱਲ ਨੂੰ, ਲਾਇਬ੍ਰੇਰੀਆਂ ਵੱਲ ਨੂੰ ਤੁਰਨਾ ਚਾਹੀਦਾ ਸੀ? ਜਿਹੜੇ ਪਾਸੇ ਨੂੰ ਅਸੀਂ ਤੁਰ ਪਏ ਹਾਂ, ਗੁਰੂ ਸਾਹਿਬਾਨਾਂ ਨੇ ਜਾਂ ਰਹਿਬਰਾਂ ਨੇ ਸਾਨੂੰ ਉੱਧਰ ਨੂੰ ਨਹੀਂ ਸੀ ਤੋਰਿਆ। ਮੇਰਾ ਆਪਣਾ ਨਿੱਜੀ ਵਿਚਾਰ ਆ ਕਿ ਡਾਕਟਰ BR ਅੰਬੇਡਕਰ ਜੀ ਨੂੰ ਸਾਡੀ ਜਿਹੜੀ ਸੱਚੀ ਜਿਹੜੀ ਸ਼ਰਧਾਂਜਲੀ ਇਹ ਹੋਏਗੀ ਕਿ ਜਿਹੜਾ ਅਸੀਂ ਐਕਸਟਰਾ ਜਿਹੜਾ ਪੈਸਾ ਖਰਚ ਰਹੇ ਹਾਂ ਹੋਰ ਚੀਜ਼ਾਂ ਦੇ ਉੱਪਰ, ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ, ਸਮਾਜ ਨੂੰ ਐਜੂਕੇਟ ਕਰੀਏ। ਜਦੋਂ ਅਸੀਂ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਨੂੰ ਯਾਦ ਕਰਦੇ ਹਾਂ ਤੇ ਸੰਵਿਧਾਨ ਦਾ ਜਿਹੜਾ ਪਹਿਲਾ ਹੀ ਪੰਨਾ ਆ, ਉਹਦੇ ਉੱਤੇ ਲਿਖਿਆ ਵੀ ਆਰ ਦਾ ਪੀਪਲ ਆਫ ਇੰਡੀਆ। ਸਾਡਾ ਜਿਹੜਾ ਸੰਵਿਧਾਨ ਆ ਉਹ ਸਮਾਜਵਾਦੀ, ਲੋਕਤੰਤਰ ਤੇ ਧਰਮ ਨਿਰਪੱਖ ਸੰਵਿਧਾਨ ਆ। ਤੇ ਜੇ ਅਸੀਂ ਸੰਵਿਧਾਨ ਨੂੰ ਹੁਣ ਬਚਾ ਕੇ ਰੱਖਣਾ ਆ, ਸਾਡੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਰਾਜਨੀਤੀ ਵੀ ਸਿੱਖਣੀ ਪਏਗੀ। ਜੇਕਰ ਅਸੀਂ ਰਾਜਨੀਤੀ ਸਿੱਖ ਕੇ ਸਮਾਜਿਕ ਪਰਿਵਰਤਨ ਨਹੀਂ ਕਰਦੇ ਤੇ ਉਹਦਾ ਕੋਈ ਫਾਇਦਾ ਨਹੀਂ ਐਡਾ ਵੱਡਾ ਰਹਿ ਜਾਂਦਾ। ਅਸੀਂ ਸਾਲ ਬਾਅਦ ਡਾਕਟਰ BR ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾ ਕੇ ਖਾਨਾ ਪੂਰਤੀ ਹੀ ਕਰਦੇ ਹੋਵਾਂਗੇ, ਕਿਉਂਕਿ ਜੋ ਅੱਜ ਦਾ ਦੌਰ ਚੱਲ ਰਿਹਾ ਆ, ਅੱਜ ਕੱਲ੍ਹ ਜੋ ਆਪਾਂ ਦੇਖਦੇ ਹਾਂ ਆਲੇ ਦੁਆਲੇ ਆਪਣੇ, ਤੇ ਜਿਹੜਾ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਯੋਗਦਾਨ ਨਹੀਂ, ਜਿਹੜੀਆਂ ਸ਼ਕਤੀਆਂ ਦਾ ਕਦੀ ਵੀ ਉਹਨਾਂ ਨੇ ਆਜ਼ਾਦੀ ਦੀ ਲੜਾਈ ਨਹੀਂ ਲੜੀ। ਜਦੋਂ ਸੰਵਿਧਾਨ ਲਿਖਿਆ ਗਿਆ, ਭਾਰਤੀ ਸੰਵਿਧਾਨ ਲਾਗੂ ਹੋਇਆ, ਉਹ ਕਹਿੰਦੇ ਸੀ ਵੀ ਅਸੀਂ ਇਸ ਸੰਵਿਧਾਨ 'ਤੇ ਵਿਸ਼ਵਾਸ ਹੀ ਨਹੀਂ ਕਰਦੇ। ਉਹਨਾਂ ਸ਼ਕਤੀਆਂ ਦਾ ਦੇਸ਼ ਦੀ ਰਾਜਸੱਤਾ 'ਤੇ ਕਾਬਜ ਹੋਣਾ ਬੜਾ ਮੰਦਭਾਗਾ ਆ। ਅਤੇ ਉਹ ਬੜੇ ਹੀ ਪਲੈਨਡ ਤਰੀਕੇ ਦੇ ਨਾਲ ਰੋਜ਼ ਹੀ ਇੱਕ ਇੱਕ ਕਰਕੇ ਸੰਵਿਧਾਨਕ ਜਿਹੜੀਆਂ ਸੰਸਥਾਵਾਂ ਆ ਸਾਡੀਆਂ, ਚਾਹੇ ਉਹ ਸੁਪਰੀਮ ਕੋਰਟ ਆ, ਚਾਹੇ ਉਹ ਚੋਣ ਕਮਿਸ਼ਨ ਆ, ਚਾਹੇ ਉਹ ਹੋਰ ਵੀ ਸੰਸਥਾਵਾਂ ਹੈਗੀਆਂ, ਯੂਨੀਵਰਸਿਟੀਆਂ ਆ, ਸਕੂਲਾਂ ਆ, ਉੱਥੇ ਹੌਲੀ ਹੌਲੀ ਕਰਕੇ ਉਹ ਜਿਹੜਾ ਸੰਵਿਧਾਨਕ ਇੰਸਟੀਚਿਊਟ ਜਿਹੜੇ ਸਾਡੇ ਉਹ ਖਤਮ, ਬੜਾ ਯਾਨੀ ਵੱਡਾ ਹੱਲਾ ਬੋਲਿਆ ਜਾ ਰਿਹਾ ਉਹਦੇ ਉੱਤੇ। ਅਤੇ ਜਿੱਦਾਂ ਹੁਣ ਆਪਾਂ ਦੇਖਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਖੇਤੀ ਬਿੱਲ ਪਾਸ ਕੀਤੇ ਆ। ਸੰਵਿਧਾਨ ਦੇ ਵਿੱਚ ਜਿਹੜਾ ਸੰਵਿਧਾਨ ਬਣਾਇਆ ਸਾਡੇ ਮੁਲਕ ਦਾ, ਸੰਵਿਧਾਨ ਘਾੜਿਆਂ ਨੇ ਸਾਡਿਆਂ ਨੇ ਸਾਡੇ ਦੇਸ਼ ਦੀ ਭੂਗੋਲਿਕ ਸਥਿਤੀਆਂ, ਸਮਾਜਿਕ ਔਰ ਸੱਭਿਆਚਾਰ ਨੂੰ ਦੇਖਦੇ ਹੋਏ ਸਾਡਾ ਇੱਕ ਯਾਨੀ ਬਿਊਟੀਫੁਲ ਸੰਵਿਧਾਨ ਲਿਖਿਆ ਹੈ ਵੀ ਜਿਹੜਾ ਸਾਰਿਆਂ ਦੇ ਹਿੱਤਾਂ ਦੀ ਪੂਰਨਾ ਕਰਦਾ ਹੋਵੇ, ਬਰਾਬਰਤਾ ਦਾ, ਜਿਹਨੂੰ ਸਾਰਿਆਂ ਨੂੰ ਕਲਾਵੇ 'ਚ ਲੈਂਦਾ ਹੋਵੇ ਸੰਵਿਧਾਨ। ਬੜਾ ਬਿਊਟੀਫੁਲ ਸੰਵਿਧਾਨ ਆ, ਪਰ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਜਿੱਦਾਂ ਹੁਣ ਖੇਤੀ ਬਿੱਲ ਪਾਸ ਕੀਤੇ ਆ, ਇਹਨਾਂ ਨੇ ਸੰਵਿਧਾਨ ਦੇ ਵਿੱਚ ਹੀ ਨਹੀਂ ਲਿਖਿਆ ਹੋਇਆ ਵੀ ਖੇਤੀ ਜਿਹੜੀ ਆ, ਉਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਖੇਤੀ ਸੂਬਿਆਂ ਦਾ ਅਧਿਕਾਰ ਆ। ਅਤੇ ਅਸੀਂ ਹੁਣ ਰੀਸੈਂਟਲੀ ਦੇਖਿਆ, ਉਹਨਾਂ ਨੇ ਜਾਣੀ ਕਿ ਕੋਈ ਬਿੱਲ ਪਾਰਲੀਮੈਂਟ, ਜਿਹੜੀਆਂ ਸਾਡੀਆਂ ਪਾਰਲੀਮੈਂਟਰੀ ਪਰੰਪਰਾਵਾਂ ਆ, ਉਹਨਾਂ ਨੂੰ ਵੀ ਉਹ ਧਿਆਨ 'ਚ ਨਹੀਂ ਰੱਖ ਰਹੇ, ਬਿਨਾਂ ਬਹਿਸ ਕੀਤੇ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਏ ਜਾ ਰਹੇ। ਅਤੇ ਮੈਂ ਆਪਣੀ ਗੱਲ ਜਿਹੜੀ ਛੋਟੀ ਕਰਦਾ ਹੁੰਦਾ, ਡਾਕਟਰ ਬਾਬਾ ਸਾਹਿਬ ਜੀ ਨੂੰ ਇਹੀ ਸ਼ਰਧਾਂਜਲੀ ਭੇਂਟ ਕਰਦਾ, ਉਹਨਾਂ ਦੇ ਜਨਮ ਦਿਨ 'ਤੇ ਯਾਦ ਕਰਦਾ ਉਹਨਾਂ ਨੂੰ ਕਿ ਅਸੀਂ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਆ, ਬਰਾਬਰਤਾ ਦਾ ਸਮਾਜ, ਸਮਾਜਵਾਦੀ ਪ੍ਰਬੰਧ, ਜਾਂ ਹੋਰ ਜਿਹੜਾ ਸਾਰਿਆਂ ਨੂੰ ਕਲਾਵੇ ਵਿੱਚ ਲੈਣਾ, ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ, ਕਿਉਂਕਿ ਸਾਡੀ ਅੱਧੀ ਜਿਹੜੀ ਆਬਾਦੀ ਆ ਮੁਲਕ ਦੀ ਔਰਤਾਂ ਆ। ਜੇ ਅਸੀਂ ਔਰਤਾਂ ਨੂੰ ਨਹੀਂ ਨਾਲ ਲੈ ਕੇ ਚੱਲਾਂਗੇ, ਅਸੀਂ ਜਾਣੀ ਕਿਤੇ ਨਾ ਕਿਤੇ ਅਸੀਂ ਆਪਣੇ ਜਿਹੜੇ ਨਿਸ਼ਾਨੇ ਤੋਂ ਪਿੱਛੇ ਹਟ ਜਾਵਾਂਗੇ। ਅਤੇ ਮੈਂ ਉਹਨਾਂ ਦੇ ਜਨਮ ਦਿਨ 'ਤੇ ਅੱਜ ਇਹ ਪ੍ਰਣ ਕਰਦਾ ਕਿ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ
ਅੱਗੇ ਵਧਾਂਗੇ, ਅਸੀਂ ਆਪਣੇ ਸਮਾਜ ਨੂੰ ਐਜੂਕੇਟ ਕਰਾਂਗੇ ਤੇ ਜਿਹੜਾ ਫਿਰਕਾ ਪ੍ਰਸਤ ਜਿਹੜੀਆਂ ਸ਼ਕਤੀਆਂ ਆ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਉਹਨਾਂ ਦੇ ਖਿਲਾਫ ਲੰਬੀ ਜਿਹੜੀ ਤਕੜੀ ਲੜਾਈ ਦੇਵਾਂਗੇ। ਬਹੁਤ ਬਹੁਤ ਧੰਨਵਾਦ ਦਿਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕ ਇਸ ਵੇਲੇ ਬਿਲਗਾ ਦੇ ਉਹ ਦ੍ਰਿਸ਼ ਦੇਖ ਰਹੇ ਜਿੱਥੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਅੱਜ 130ਵਾਂ ਜਨਮ ਦਿਨ ਮਨਾਇਆ ਗਿਆ। ਸਵਾਲ ਅੱਜ ਵੀ ਉਹੀ ਖੜੇ ਨੇ ਜੋ 130 ਸਾਲ ਪਹਿਲਾਂ ਖੜੇ ਸੀ ਕਿ ਜਿਸ ਤਬਕੇ ਦੇ ਵਿੱਚੋਂ ਆਣ ਕੇ, ਜਿਸ ਤੰਗੀਆਂ ਪੇਸ਼ੀਆਂ ਦੇ ਵਿੱਚੋਂ ਆਣ ਕੇ ਸਮਾਜਿਕ ਜਿਹੜੀ ਨਾ ਬਰਾਬਰਤਾ ਸੀ ਉਹਦਾ ਦੁੱਖ ਝੱਲਦਿਆਂ ਹੋਇਆਂ ਡਾਕਟਰ ਬੀ ਆਰ ਅੰਬੇਦਕਰ ਨੇ ਇੱਕ ਸਮਾਜ ਚੰਗਾ ਨਰੋਆ ਸਮਾਜ ਸਿਰਜਣ ਦੀ ਇੱਕ ਸੇਧ ਦਿੱਤੀ, ਕੋਸ਼ਿਸ਼ ਕੀਤੀ ਕਿ ਅੱਜ ਸਾਡਾ ਸਮਾਜ ਉੱਥੇ ਪਹੁੰਚ ਗਿਆ, ਖੜ ਗਿਆ ਕਿ ਜਾਂ ਅਸੀਂ ਜਯੰਤੀਆਂ ਮਨਾਉਣ ਤੱਕ, ਹਾਰ ਮੂਰਤੀਆਂ ਤੇ ਪਾਉਣ ਤੱਕ, ਜਾਂ ਅਸੀਂ ਲੰਗਰਾਂ ਤੱਕ ਹੀ ਸੀਮਤ ਰਹਿ ਗਏ ਹਾਂ ਕਿ ਆਪਣੇ ਸਮਾਜ ਨੂੰ ਅਸੀਂ ਉੱਥੇ ਲੈ ਕੇ ਗਏ। ਇਹ ਸਵਾਲ ਅੱਜ ਇਹਨਾਂ ਸਾਰੇ ਲੋਕਾਂ ਦੇ ਸਾਹਮਣੇ ਵੀ ਇਸੇ ਤਰ੍ਹਾਂ ਖੜਾ ਹੈ ਜਿੱਦਾਂ 130 ਸਾਲ ਪਹਿਲਾਂ ਖੜਾ ਸੀਗਾ। ਅੱਜ ਵੀ ਉਹ ਸਵਾਲ ਸਾਰੇ ਲੋਕਾਂ ਦੇ ਮੂਹਰੇ ਖੜਾ ਕਿ ਅੱਜ ਗੁਰੂਆਂ ਪੀਰਾਂ ਰਹਿਬਰਾਂ ਦੇ ਦੱਸੇ ਹੋਏ ਰਸਤਿਆਂ ਤੇ ਅਸੀਂ ਪਹੁੰਚੇ ਹਾਂ ਕਿ ਜਾਂ ਉਹਨਾਂ ਨੂੰ ਪੂਜਣ ਤੱਕ ਸੀਮਤ ਰਹਿ ਗਏ ਹਾਂ। ਕੈਮਰਾਮੈਨ ਬਰਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਪਿੰਡ ਬਿਲਗਾ ਤੋਂ।